ਹੀਰਾ ਦਾ ਇੱਕ ਪਦ ਹੈ, ਇਸ ਲਾਈਨ ਨਾਲ ਸ਼ੁਰੂ ਹੁੰਦਾ ਹੈ, ਆਲੀ ਰੇ ਮੇਰੇ ਨੈਣਾ ਬਾਣ ਪੜੀ। ਮਤਲਬ ਸਹੀ ਹੋ, ਮੇਰੀ ਅੱਖਾਂ ਨੂੰ ਆਦਤ ਪੈ ਗਈ ਹੈ। ਬਾਣ ਦਾ ਮਤਲਬ ਆਦਤ ਦੇ ਤੌਰ ਤੇ ਲਿਆ ਜਾ ਸਕਦਾ ਹੈ। ਬੰਦੇ ਦੀ 5 ਇੰਦਰੀਆਂ 'ਚ ਬਾਣ ਪੈ ਜਾਂਦੀ ਹੈ। ਅੱਖ, ਨੱਕ, ਕੰਨ, ਜਿਭ ਤੇ ਚਮੜੀ। ਸਾਡੇ ਸਰੀਰ ਦੇ 5 ਸੈਂਸਰ ਦਿੱਤੇ ਹਨ ਕੁਦਰਤ ਨੇ, ਤਾਂ ਜੋ ਇਸ ਸੰਸਾਰ ਦੇ ਵਿਸ਼ੇ ਦੇ ਸੁੱਖ ਇਨਸਾਨ ਮਾਣ ਸਕੇ। ਅੱਖਾਂ ਰੂਪ ਦੇਖਣ, ਨੱਕ ਗੰਨ ਲੈਣ ਵਾਸਤੇ, ਕੰਨ ਸੁਣਨ ਵਾਸਤੇ, ਜਿਭ ਸਵਾਦ ਲੈਣ ਵਾਸਤੇ, ਚਮੜੀ ਛੋਹ ਲੈਣ ਵਾਸਤੇ। ਇਸ ਤਰ੍ਹਾਂ ਰੂਪ, ਸਵਾਦ, ਆਵਾਜ਼, ਗੰਧ ਤੇ ਸਪਰਸ਼ ਇਹ ਆਦਮੀ ਦੀ ਹੋਂਦ ਬਰਕਰਾਰ ਰੱਖਦੀ ਹੈ। ਇੰਦਰੀਆਂ ਕਰਕੇ ਹੀ ਜੀਵਨ ਦਾ ਕਾਰੋਬਾਰ ਚੱਲਦਾ ਹੈ। ਬਚਪਨ ਤੋਂ ਹੀ ਇੰਦਰੀਆਂ ਨੂੰ ਇਸ ਤਰ੍ਹਾਂ ਕੰਮ ਕਰਨ ਦੀ ਬਾਣ ਪੈ ਜਾਂਦੀ ਹੈ। ਪਰ ਮਨ ਵੀ ਸਰੀਰ ਵਿੱਚ ਹੁੰਦਾ ਹੈ। ਬੁੱਧ ਘੋਸ਼ ਵਿਸੁੱਧੀ ਮਗ ਕਿਤਾਬ ਹੈ, ਦਾਰਸ਼ਨਿਕ ਕਿਤਾਬ, ਉਸ ਇਸ ਆਦਤ ਦਾ ਜ਼ਿਕਰ ਕਰਦੇ ਹਨ। ਨਿਬਾਣ ਜਿਹੜਾ ਪਾਲੀ ਸ਼ਬਦ ਹੈ ਦਾ ਮਤਲਬ ਹੈ ਆਦਤ ਨਾ ਹੋਣਾ। ਇਸ ਤੋਂ ਹੀ ਸੰਸਕ੍ਰਿਤ ਸ਼ਬਦ ਬਣਦਾ ਹੈ ਨਿਰਵਾਣ, ਜਿਸ ਦਾ ਮਤਲਬ ਮੋਕਸ਼ ਜਾਂ ਮੁਕਤੀ ਹੈ। ਅੰਗਰੇਜ਼ੀ ਵਿੱਚ ਜਿਸ ਨੂੰ ਸੈਲਵੇਸ਼ਨ ਕਿਹਾ ਗਿਆ ਹੈ। ਮੋਕਸ਼ ਸ਼ਬਦ ਗੁਰਬਾਣੀ ਵਿੱਚ ਵੀ ਕਈ ਵਾਰ ਆਇਆ ਹੈ। ਜਪਜੀ ਸਾਹਿਬ ਦੀ ਹੀ ਲਾਈਨ ਹੈ, ਮੰਨੇ ਪਾਵੇ ਮੋਖ ਦੁਆਰ। ਮੋਖ ਦਾ ਸਿੱਧਾ ਅਰਥ ਹੈ ਮੁਕਤੀ, ਜਨਮ ਮਰਨ ਦੇ ਗੇੜ ਚੋਂ ਬਾਹਰ ਆਉਣਾ। ਬੁੱਧ ਮਤ ਵਿੱਚ ਇਸ ਨੂੰ ਨਿਬਾਨ ਕਿਹਾ ਗਿਆ। ਇਸ ਆਦਤ ਪੈਣ ਦਾ ਕੀ ਕਾਰਨ ਹੈ? ਬਾਣ ਬਣਦੀ ਕਿਸ ਤਰ੍ਹਾਂ ਹੈ? ਇੰਦਰੀ ਦਾ ਕੰਮ ਹੈ ਵਿਸ਼ਾ ਜਾਂ ਅਲੰਬਨ ਦੀ ਸੂਚਨਾ ਸਰੀਰ ਵਿੱਚ ਦਿਮਾਗ ਤੱਕ ਪਹੁੰਚਾ ਦੇਣਾ। ਰੂਪ ਚੰਗਾ ਹੈ ਜਾਂ ਮਾੜਾ, ਗੰਨ ਬੁਰੀ ਹੈ ਜਾਂ ਚੰਗੀ, ਸਵਾਦ ਕਿੱਦਾਂ ਦਾ ਹੈ, ਵਸਤੂ ਗਰਮ ਹੈ ਜਾਂ ਠੰਡੀ, ਇਹ ਸਭ ਵੇਦਨਾਵਾਂ ਹਨ ਜੋ ਦਿਮਾਗ ਨਿਰਣਾ ਕਰਦਾ ਹੈ ਅੱਛੇ ਜਾਂ ਬੁਰੇ ਦਾ। ਮਨ ਉੱਪਰ ਵੇਦਨਾਵਾਂ ਦਾ ਪ੍ਰਭਾਵ ਪੈਂਦਾ ਹੈ, ਜਿਸ ਨੂੰ ਸੰਸਕਾਰ ਕਹਿੰਦੇ ਹਨ। ਜੋ ਅੱਛਾ ਲੱਗਦਾ ਹੈ ਮਨ ਉਸ ਨੂੰ ਸੁੱਖ ਸਮਝਦਾ ਹੈ, ਤੇ ਜੋ ਉਸ ਮੁਤਾਬਕ ਨਹੀਂ ਹੁੰਦਾ ਉਸ ਨੂੰ ਦੁੱਖ ਕਹਿੰਦਾ ਹੈ। ਜੇ ਸੁੱਖ ਲੱਗਦਾ ਹੈ ਉਸ ਵਿੱਚ ਰਾਗ ਯਾਨੀ ਉਸਦਾ ਪਿਆਰ, ਮੋਹ ਪੈਦਾ ਹੋ ਜਾਂਦਾ ਹੈ ਜੋ ਦੁਖੀ ਕਰਦਾ ਹੈ। ਉਸ ਤੋਂ ਦੁਵੇਸ਼ ਯਾਨੀ ਈਰਖਾ ਹੋਣਾ ਸੁਭਾਵਿਕ। ਜਿਸ ਦਾ ਮਜ਼ਾ ਆਉਣ ਲੱਗ ਪਵੇ ਉਹ ਆਦਤ ਬਣਦੀ ਹੈ। ਮਨ ਉਸ ਵਿੱਚ ਡੁੱਬਣ ਲੱਗਦਾ ਹੈ, ਜਿਸ ਨੂੰ ਕਹਿੰਦੇ ਨੇ ਇੰਡਲਜੈਂਸ, ਇੰਡਲਜ ਕਰਨ ਲੱਗਦਾ ਹੈ। ਇਸ ਤੋਂ ਤ੍ਰਿਸ਼ਨਾ ਦਾ ਜਨਮ ਹੁੰਦਾ ਹੈ। ਤ੍ਰਿਸ਼ਨਾ ਦੇ ਵਸ ਵਿੱਚ ਇਨਸਾਨ ਕੁਝ ਵੀ ਕਰ ਲੈਂਦਾ ਹੈ। ਬੁੱਧ ਭਗਵਾਨ ਨੇ ਇੱਕ ਥਾਂ ਕਿਹਾ, ਤ੍ਰਿਸ਼ਨਾ ਮੈਂ ਤੈਨੂੰ ਸਮਝਾਣ ਲਿਆ, ਹੁਣ ਮੈਂ ਤੈਨੂੰ ਘਰ ਬਣਾਉਣ ਨਹੀਂ ਦੇਣਾ। ਕਿਉਂਕਿ ਇਹ ਤ੍ਰਿਸ਼ਨਾ ਹੀ ਹੈ ਜਿਸ ਕਰਕੇ ਇਹ ਘਰ ਯਾਨੀ ਇਹ ਸਰੀਰ ਟਹਿ ਜਾਣ ਤੇ ਵੀ ਫਿਰ ਨਵਾਂ ਘਰ ਬਣਾ ਲੈਂਦੀ ਹੈ ਤ੍ਰਿਸ਼ਨਾ। ਇਨਸਾਨ ਫਿਰ ਦੁੱਖ ਸੁੱਖ ਦੇ ਚੱਕਰ ਵਿੱਚ ਪੈ ਜਾਂਦਾ ਹੈ। ਮੁਕਤੀ ਦੀ ਥਾਂ ਬੰਧਨ ਮਿਲ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ, ਖਾਸ ਕਰ ਸ਼ਲੋਕ ਮਹਿਲਾ 9ਵਾਂ, ਇਸ ਵਿੱਚ ਜੀਵਨ ਮੁਕਤ ਸ਼ਬਦ ਆਇਆ ਹੈ। ਜੀਵਨ ਮੁਕਤ ਦਾ ਮਤਲਬ ਇਸ ਸਰੀਰ ਦੇ ਜੀਵਨ ਦੀ ਸਮਾਪਤੀ ਨਹੀਂ, ਆਦਤਾਂ ਦੀ ਸਮਾਪਤੀ, ਬਾਣ ਦੀ ਸਮਾਪਤੀ। ਇਸ ਸਰੀਰ ਵਿੱਚ ਰਹਿੰਦੇ ਹੀ ਜੇਕਰ ਬਾਣ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਤ੍ਰਿਸ਼ਨਾ ਹੋਰ ਘਰ ਨਹੀਂ ਬਣਾ। ਇਸ ਤਰ੍ਹਾਂ ਵੇਦਨਾਵਾਂ ਨੂੰ ਦੇਖਣਾ ਕਿ ਸੰਸਕਾਰ ਨਾ ਬਣਨ, ਮਨ ਵਿੱਚ ਇੰਡਲਜ ਨਾ ਹੋਵੇ ਤੇ ਮੁਕਤੀ ਦਾ ਮਾਰਗ ਖੁੱਲ ਜਾਂਦਾ ਹੈ। ਇੰਦਰੀ ਤੇ ਵਿਸ਼ਾ ਦਾ ਸੰਜੋਗ ਹੋ ਰਿਹਾ ਹੈ, ਉਸ ਦੀ ਸੂਚਨਾ ਦਿਮਾਗ ਨੂੰ ਮਿਲ ਰਹੀ ਹੈ। ਬਸ ਇੱਥੇ ਤੱਕ ਹੀ। ਅੱਗੇ ਦਾ ਕੰਮ ਤਾਂ ਮਨ ਦਾ ਹੈ। ਵੇਦਨਾਵਾਂ ਚੋਂ ਵਿਗਿਆਨ ਬਣਾ ਕੇ ਰਾਗ ਤੇ ਦੁਵੇਸ਼ ਪੈਦਾ ਕਰਨਾ ਜੋ ਮਨ ਨੂੰ ਚਲਾਉਂਦੀਆਂ ਹਨ। ਇਸ ਦੇ ਵਿਪਰੀਤ ਮਨ ਇਸ ਵੇਦਨਾ ਨੂੰ ਉਲਟ ਵੀ ਸਕਦਾ ਹੈ। ਮਨ ਤੋਂ ਬਾਅਦ ਕੋਈ ਵਿਕਾਰ ਜ਼ੁਬਾਨ ਤੇ ਫਿਰ ਸਰੀਰ ਰਾਹੀਂ ਕਰਮ ਵਿੱਚ ਤਬਦੀਲ। ਜੇਕਰ ਮਨ ਵਿੱਚ ਇਹ ਤਾਕਤ ਪੈਦਾ ਹੋ ਜਾਵੇ ਕਿ ਵਿਸ਼ਾ ਵਿੱਚ ਲਿਪਤ ਨਹੀਂ ਹੋਣਾ ਤੇ ਮਨ ਨੂੰ ਸਮਝ ਜਿੱਤ ਲਿਆ, ਫਿਰ ਉਹ ਅਵਸਥਾ ਆ ਗਈ ਕਿ ਮਨ ਜੀਤੇ ਜਗ ਜੀਤ। ਮਨ ਵਿੱਚ ਕੋਈ ਸੰਸਕਾਰ ਹੀ ਨਹੀਂ ਬਣਿਆ ਤਾਂ ਨਾ ਰਾਗ, ਨਾ ਦੁਵੇਸ਼ ਤੇ ਨਾ ਹੀ ਮੋਹ ਪੈਦਾ ਹੋਇਆ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਜਿਨ੍ਹਾਂ ਨੂੰ 5 ਦੁਸ਼ਮਣ ਕਿਹਾ ਗਿਆ ਹੈ, ਉਹ ਤਾਂ ਉੱਥੋਂ ਹੀ ਉਪਜਦੇ ਹਨ। ਸੋ ਮੰਨੇ ਪਾਵੇ ਮੋਖ ਦੁਆਰ, ਰਸਤਾ ਮੋਖ ਦਾ, ਨਿਬਾਣ ਦਾ ਮਿਲ ਜਾਂਦਾ ਹੈ। ਇਹ ਕਹਿਣਾ ਮੁਕਤੀ ਸਰੀਰ ਵਿੱਚ ਰੱਖਦੇ ਹੋਏ ਵੀ ਮਿਲ ਸਕਦੀ ਹੈ। ਜੀਵਨ ਮੁਕਤ ਹੋਇਆ ਜਾ ਸਕਦਾ ਹੈ। ਗੁਰੂ ਤੇਗ ਬਹਾਦਰ ਜੀ ਸਮਝਾਉਂਦੇ ਹਨ, ਮੁਕਤ ਕੌਣ ਹੈ? ਉਸਤਤ ਨਿੰਦਿਆ ਨਾ ਹੈ ਜੇ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੇ ਜਾਨ। ਹਰਖ ਸੋਗ ਜਾਕੇ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੇ ਜਾਨ।
ਅੱਗੇ ਫਰਮਾਉਂਦੇ ਹਨ, ਜਿਹ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਨ, ਕਹੋ ਨਾਨਕ ਵਹ ਮੁਕਤ ਨਰ, ਇਹ ਮਨ ਸਾਚੀ ਮਾਨ। ਸੰਸਾਰ ਤਾਂ ਨਸ਼ਵਰ ਹੈ, ਕੁਝ ਵੀ ਇੱਥੇ ਰਹਿਣ ਵਾਲਾ ਨਹੀਂ। ਸਰੀਰ ਤਾਂ 5 ਤੱਤਾਂ ਦਾ ਬਣਿਆ ਹੈ, ਉੱਥੋਂ ਤੱਕ ਹੀ ਸੀਮਿਤ ਹੈ। ਇਸ ਨੂੰ ਇੱਕ ਸ਼ਲੋਕ ਰਾਹੀਂ ਗੁਰੂ ਸਾਹਿਬ ਨੇ ਦੱਸਿਆ ਹੈ, 5 ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ, ਲੀਨ ਤਾਹਿ ਮੈਂ ਮਾਨ। ਇਹ 5 ਤੱਤਾਂ ਵਿੱਚ ਹੀ ਵਾਪਸ ਮਿਲ ਜਾਣਾ ਸਰੀਰ ਦਾ ਅੰਤ ਹੈ। ਜਗ ਰਚਨਾ ਸਭ ਝੂਠ ਹੈ, ਜਾਨ ਲਿਓ ਰੇ ਮੀਤ, ਕਹਿ ਨਾਨਕ ਥਿਰ ਨਾ ਰਹੇ, ਜਿਉ ਬਾਲੂ ਕੀ ਪੀਤ। ਇਹ ਸੰਸਾਰ ਦੀ ਸੱਚਾਈ ਹੈ। ਬਾਲੂ ਦੀ ਦੀਵਾਰ ਥਿਰ ਨਹੀਂ ਰਹਿ ਸਕਦੀ, ਉਸ ਤਰ੍ਹਾਂ ਹੀ ਇਹ ਸਰੀਰ ਵੀ ਥਿਰ ਨਹੀਂ ਰਹਿ ਸਕਦਾ। ਆਪਣੀ ਦੇਹ 3 ਅਵਸਥਾਵਾਂ ਚੋਂ ਲੰਘਦੀ ਹੈ, ਬਚਪਨ, ਜਵਾਨੀ ਤੇ ਬੁਢਾਪਾ। ਸਭ ਬੀਤ ਜਾਂਦਾ ਹੈ। ਬਾਲ ਜਵਾਨੀ ਅਰ ਬਿਰਧ, ਬਾਲ ਜਵਾਨੀ ਅਰ ਬਿਰਧ ਫੁਨ, 3 ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਇਸ ਕਰਕੇ ਗੁਰੂ ਜੀ ਫਰਮਾਉਂਦੇ ਹਨ ਕਿ ਇਸ ਦੇਹ ਦੀ ਅਹੰਕਾਰ ਕਰਨ ਦਾ ਕੋਈ ਫਾਇਦਾ ਨਹੀਂ। ਗਰਭ ਕਰਤ ਹੈ ਦੇਹ, ਬਿਨ ਸੇ ਛਿਨਮੈ ਮੀਤ, ਜਿਹ ਪ੍ਰਾਨੀ ਹਰ ਜਸ ਕਹਿਓ, ਨਾਨਕ ਤਿਹ ਜਗ। ਜਿਸ ਰਾਹੀਂ, ਜਿਸ ਸਰੀਰ ਰਾਹੀਂ ਵਿਸ਼ਿਆਂ ਦਾ ਮਜ਼ਾ ਆਉਂਦਾ ਹੈ, ਉਹ ਵਿਸ਼ੇ ਵੀ ਅਸਥਿਰ ਹਨ, ਉਹ ਵੀ ਰਹਿਣ ਵਾਲੇ ਨਹੀਂ। ਬਿਖੀਨ ਸਿਉ ਕਾਹੇ ਰਚਿਓ, ਨਿਮਖ ਨ ਹੋਈ ਉਦਾਸ, ਕਹੋ ਨਾਨਕ ਭਜ ਹਰ ਮਨਾ, ਪਰੇ ਨ ਜਮ ਕੀ ਫਾਸ। ਦਮ ਦੀ ਫਾਸ ਤਾਂ ਹੀ ਪੈਂਦੀ ਹੈ ਜਦੋਂ ਵਿਸ਼ਿਆਂ ਵਿੱਚ ਮਨ ਰੁੱਝ ਜਾਂਦਾ ਹੈ, ਪਰ ਜਵਾਨੀ ਤਾਂ ਚਲੀ ਜਾਂਦੀ ਹੈ, ਹੋਰ ਬੁਢੇਪਾ ਤਨ ਨੂੰ ਜਿੱਤ ਲੈਂਦਾ। ਤਰਨਾਪੋ ਇਉ ਹੀ ਗਇਓ, ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮਨਾ, ਔਧ ਜਾਤ ਹੈ ਭੀਤ। ਬਿਰਧ ਪਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੇ ਭਗਵਾਨ। ਸਮਾਂ ਲੰਘਦਾ ਜਾ ਰਿਹਾ ਹੈ, ਸਿਮਰਨ ਨਹੀਂ ਕਰਦਾ ਇਨਸਾਨ। ਸਭ ਕੁਝ ਤਾਂ ਰਾਮ ਜਾਂ ਰੱਬ ਨੇ ਦਿੱਤਾ ਹੈ, ਪਰ ਮਮਤਾ, ਹਉਮੈ, ਲੋਭ, ਮੋਹ, ਅਹੰਕਾਰ, ਇਹ ਤਾਂ ਛੱਡ ਕੇ ਹੀ ਜੀਵਨ ਮੁਕਤ ਹੋਇਆ ਜਾ ਸਕਦਾ ਹੈ। ਜੋ ਪ੍ਰਾਣੀ ਮਮਤਾ ਤਜੇ, ਲੋਭ, ਮੋਹ, ਅਹੰਕਾਰ, ਕਹੋ ਨਾਨਕ ਆਪਨ ਤਰੇ, ਔਰਨ ਲੇਤ ਉਧਾਰ। ਜਿਹ ਪ੍ਰਾਨੀ ਹਉਮੈ ਤਜੀ, ਕਰਤਾ ਰਾਮ ਪਛਾਨ, ਜਿਹ ਮਾਇਆ ਮਮਤਾ ਤਜੀ, ਸਭ ਤੇ ਪਇਓ ਉਦਾਸ, ਕਹੋ ਨਾਨਕ ਸੁਨ ਰੇ ਮਨਾ, ਤਿਹ ਕਟ ਬ੍ਰਹਮ ਨਿਵਾਸ। ਬਾਕੀ ਸੰਸਾਰ ਦਾ ਰੂਪ ਤਾਂ ਇਹ ਹੈ, ਜਿਉ ਸੁਪਨਾ ਅਰ ਪੇਖਨਾ, ਐਸੇ ਜਗ ਕੋ ਜਾਨ, ਇਨਮੈ ਕਛੂ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਜੈਸੇ ਜਲਤੇ ਬੁਦਬੁਦਾ, ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਗੁਰੂ ਸਾਹਿਬ ਨੇ ਇੱਕ ਚੀਜ਼ ਬਿਲਕੁਲ ਸਾਫ਼-ਸਾਫ਼ ਸਾਡੇ ਸਾਹਮਣੇ ਰੱਖੀ ਹੈ ਕਿ ਇਸ ਸੰਸਾਰ ਵਿੱਚ ਕੋਈ ਕਿਸੇ ਦਾ ਨਹੀਂ ਸਿਵਾ ਭਗਤੀ ਦੇ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਏ, ਨਾਨਕ ਥਿਰ ਹਰ ਭਗਤ ਹੈ, ਤਿਹ ਰਾਖੋ ਮਨ ਮਾਏ। ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ, ਕਹੋ ਨਾਨਕ ਇਹ ਵਿਪਤ ਮੈਂ, ਏਕ ਟੇਕ ਰਘੁਨਾਥ। ਇਸ ਕਰਕੇ ਜੋ ਵੀ ਸੁਖ ਦੇ ਸਾਧਨ ਹਨ, ਉਹਨਾਂ ਦੀ ਹਕੀਕਤ ਜਾਣ ਲੈਣਾ ਜ਼ਰੂਰੀ ਹੈ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ, ਇਨਮੈ ਕਛੁ ਸੰਗੀ ਨਹੀਂ, ਨਾਨਕ ਸਾਚੀ ਜਾਨ। ਆਦਮੀ ਮਾਇਆ ਪਿੱਛੇ, ਵਿਸ਼ੇ ਵਿਕਾਰਾਂ ਪਿੱਛੇ ਭਜਦਾ ਰਹਿੰਦਾ। ਮਾਇਆ ਕਾਰਨ ਤਾਵਹੀ, ਮੂਰਖ ਲੋਗ ਅਜਾਨ, ਕਹੋ ਨਾਨਕ ਬਿਨ ਹਰ ਭਜਨ, ਬਿਰਥਾ ਜਨਮ ਸਿਰਾਨ। ਜਨਮ ਨਿਕਲ ਜਾਂਦਾ ਹੈ, ਮਾਇਆ ਖੇੜਾ ਨਹੀਂ ਛੱਡਦੀ। ਮਾਇਆ ਦੇ ਜਾਲ ਵਿੱਚ ਮਨ ਰਮ ਜਾਂਦਾ ਹੈ। ਮਨ ਮਾਇਆ ਮੈਂ ਫਦ ਰਹਿਓ,
बिसरियो गोविंद नाम, कहो नानक बिन भजन, जीवन कौने काम। प्राणी राम न चेतई, मद माया के अंध, कहो नानक हर भजन बिन, परत थाहे जम फंद। और इसका अल्टीमेटली रिजल्ट की हुंदा है? इसका फल हुंदा है, करुणो हुतो सुना कियो, परियो लोभ कै फंद, नानक समयो रम गयो, अब क्यों रोवत अंध। ਬਾਅਦ ਚ ਪਛਤਾਵਾ ਹੁੰਦਾ ਹੈ, ਜਦੋਂ ਕੁਝ ਕਰਨਾ ਸੀ ਉਦੋਂ ਕੀਤਾ ਨਹੀਂ। ਮਨ ਮਾਇਆ में रम रहो, निकसत नाहिन मीत, नानक मूरत चित ज्यों, छाडित नाहिन पीत। मन माया में फद रहो, बिसरियो गोविंद नाम, कहो नानक बिन हर भजन, जीवन कौने काम। ਆਦਮੀ ਸੁੱਖਾਂ ਦੇ ਯਤਨ ਕਰਦਾ ਰਹਿੰਦਾ ਹੈ, ਉਮਰ ਲੰਘ ਜਾਂਦੀ ਹੈ। ਯਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨ ਕੋਏ, ਕਹੋ ਨਾਨਕ ਸੁਨ ਰੇ ਮਨਾ, ਹਰ ਪਾਵੇ ਸੋ ਹੋਏ। ਆਦਮੀ ਝੂਠੇ ਮਾਨ ਦੇ ਚੱਕਰ 'ਚ ਪੈ ਜਾਂਦਾ ਹੈ। ਝੂਠੇ ਮਾਨ ਕਹਾ ਕਰੇ, ਜਗ ਸੁਪਨੇ ਜਿਉ ਜਾਨ, ਇਨमें कछु तेरो नहीं, नानक कहो बखान। फिर आदमी सोचता है, दान पुण्य करके तीरथ करके मैं इस तो बरी हो जावां, पर यह बेकार जांदा है। तीरथ बरत अर दान कर, मन में तरे गुमान, नानक निहफल जात ते, ज्यों कुंचर इस्नान। क्योंकि ये बरतां दा तीर्थां दा भी आदमी मन च गुमान कर लैंदा है, इस करके वो कुंचर इस्नान, जिवें हाथी नहा के फिर धूड़ अपने ऊपर सुट लैंदा है, वही हालत इंसान दी हो जाती है। आदमी बहुत जतन करता है, जतन बहुत मैं कर रहे हो, मिट्यो न मन को मान, दुर्मत स्यों नानक फदियो, राख लियो भगवान। प्रोग्राम जन्मा जन्मा दा चल रहा है, जन्म जन्म पर मत फिरियो, मिट्यो न जम को त्रास, कहो नानक हर भज बिना, निर्भय पावे बास। इस करके इंसान की जो हालत है वो मुक्ति दी नहीं है, वो जम दे फंदन च विषय विकारां विच ही फसदा चला जाता है। जे जीवन मुक्त होना है तो उस वास्ते गुरु साहिब ने जो रस्ता दसिया है, ये विकार काम क्रोध लोभ मोह अहंकार ये छड़ के ही इंसान जिउंदे जी मुक्त हो सकता है। एक अवस्था आंदी है जदों नर हर दे बराबर हो जाता है। दो श्लोक मिलते हैं, जिह कट सिमरन राम को, सो नर मुक्ता जान, तिह नर हर अंतर नहीं, नानक साची मान। जिस दे कट अंदर सिमरन चल रहा है वो हरि दे बराबर हो जाता है, रब दे बराबर हो जाता है। जो प्राणी निस दिन भजे, रूप राम तिह जान, हर जन हर अंतर नहीं, नानक साची मान। होर इस करके ये जीवन मुक्त दी अवस्था उसनू ही प्राप्त होंदी है। अपने जीवन काल विच ही वो इन्ना सुच्चा हो जाता है रब वर्गा। होर जो चीज स्थाई तौर ते संसार च रहनी है वो है नाम रहो, साधु रहो, रहो गुरु गोबिंद, कहो नानक इस जगत में, किन जपियो गुरमंत। राम नाम उर मैं गयो, जाके सम नहीं कोय, जिह सिमरत संकट मिटे, दरस तुहारो होए। गुरु तेग बहादुर साहब ने जीवन मुक्त दी अवस्था तो भी एक अगली अवस्था जिस विच इंसान हरि दा रूप हो जाता है उस दे बारे सानू जाणू करवाया है। और ये जब तक तृष्णा शरीर च है इंसान इस भव सागर तो तर नहीं सकता। तृष्णा ਦਾ ਨਾਸ਼ ਕਰਕੇ ਮਨ ਨੂੰ ਜਿੱਤਣ ਤੋਂ ਬਾਅਦ ਹੀ ਜੀਵਨ ਮੁਕਤ ਦੀ ਅਵਸਥਾ और फिर उस तो उपरली अवस्था प्राप्त की जा सकती है। वाहिगुरु जी का खालसा, वाहिगुरु जी की फतेह।